ये जरूरी है कि एक नेशन ਦੀ ਇੱਕ ਜ਼ਬਾਨ ਤਾਂ ਹੋਣੀ ਚਾਹੀਦੀ ਹੈ ਯਾਰ। ਇਸ ਨਾਚੀਜ਼ ਗੁਰਦਾਸ ਮਾਨ ਦੇ ਪੰਜਾਬੀ ਹੋਣ ਦੀ ਨੀਅਤ ਵੀ ਤੇ ਸ਼ੱਕ ਕਰਨ ਵਾਲਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ, ਜੇ ਮਾਂ ਬੋਲੀ ਤੇ ਅਸੀਂ ਇੰਨਾ ਜ਼ੋਰ ਦੇ ਰਹੇ ਤੇ ਮਾਸੀ ਤੇ ਵੀ ਜ਼ੋਰ ਦੇਣਾ ਚਾਹੀਦਾ। ਬਸ ਇੱਕ ਛੋਟੀ ਜਿਹੀ ਗੱਲ ਜੋ ਗਲਤੀ ਨਹੀਂ ਸੀ ਮਗਰ ਗਲਤ ਬਣਾ ਦਿੱਤੀ। ਕੋਈ ਬੁਰੀ ਗੱਲ ਹੈ ਕਿਉਂਕਿ ਲੋਕ ਹਿੰਦੀ ਫਿਲਮਾਂ ਵੀ ਦੇਖਦੇ ਆ, ਹਿੰਦੀ ਗਾਣੇ ਵੀ ਸੁਣਦੇ ਆ ਅਸੀਂ ਰੋਜ਼। ਜੇ ਤੁਸੀਂ ਉਹ ਹਿੰਦੀ ਸੁਣ ਸਕਦੇ ਹੋ ਤਾਂ ਹਿੰਦੀ ਪੜ੍ਹ ਵੀ ਸਕਦੇ ਹੋ, ਤੁਸੀਂ ਲਿਖ ਵੀ ਸਕਦੇ ਹੋ। ਬਿਲਕੁਲ ਤੁਹਾਨੂੰ ਪੜ੍ਹਨੀ ਚਾਹੀਦੀ, ਹਰ ਬੋਲੀ ਸਿੱਖੋ, ਸਿੱਖਣੀ ਵੀ ਚਾਹੀਦੀ, ਪਰ ਪੱਕੀ ਵੇਖ ਕੇ ਕੱਚੀ ਨਹੀਂ ਢਾਈ। ਇਹ ਜ਼ਰੂਰੀ ਹੈ ਕਿ ਇੱਕ ਨੇਸ਼ਨ ਦੀ ਇੱਕ ਜ਼ਬਾਨ ਤਾਂ ਹੋਣੀ ਚਾਹੀਦੀ ਹੈ ਯਾਰ, ਤਾਂ ਕਿ ਉਹ ਸਾਊਥ ਵਿੱਚ ਵੀ ਜਾ ਕੇ ਬੰਦਾ ਕਹਿ ਸਕੇ, ਉਹ ਗੱਲ ਆਪਣੀ ਸਮਝਾ ਸਕੇ। ਜੇ ਉੱਥੇ ਸਮਝ ਨਾ ਆਈ ਤੇ ਫਿਰ ਫਾਇਦਾ ਕੀ ਹੈ ਯਾਰ ਹਿੰਦੁਸਤਾਨੀ ਹੋਣ। ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਤੇ ਜ਼ਰੂਰ, ਕਿਉਂਕਿ ਫਰਾਂਸ ਦੀ ਆਪਣੀ ਜ਼ਬਾਨ ਹੈ, ਉਹ ਬੰਦੇ ਉਹੀ ਬੋਲਦੇ, ਜਰਮਨ ਦੀ ਆਪਣੀ ਜ਼ਬਾਨ ਆ, ਬੋਲਦੇ ਆ, ਸਾਰੇ ਬੋਲਦੇ ਆ, ਸਾਰਾ ਦੇਸ਼ ਬੋਲਦਾ। ਤੇ ਜੇ ਸਾਡਾ ਦੇਸ਼ ਬੋਲਣ ਲੱਗ ਜੂਗਾ ਤੇ ਫਿਰ ਕੀ ਹੈ? ਬੋਲਣੀ ਚਾਹੀਦੀ ਵੀ ਹੈ। ਜੇ ਮਾਂ ਬੋਲੀ ਤੇ ਅਸੀਂ ਇੰਨਾ ਜ਼ੋਰ ਦੇ ਰਹੇ ਤੇ ਮਾਸੀ ਤੇ ਵੀ ਜ਼ੋਰ ਦੇਣਾ ਚਾਹੀਦਾ। ਮਾਸੀ ਨੂੰ ਵੀ ਬਹੁਤ ਪਿਆਰ ਕਰਦੇ। ਪਿਆਰੇ ਦੋਸਤੋ, ਪਿਆਰ ਭਰੇ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਕਿਸਾਨਾਂ ਨਾਲ ਜੁੜੇ ਹੋਏ ਨੌਜਵਾਨ ਮੁੰਡੇ ਕੁੜੀਆਂ ਨੂੰ, ਗੁਣੀ ਗਿਆਨੀ ਸੱਜਣਾਂ ਨੂੰ, ਪੰਜਾਬੀਅਤ ਦੀ ਰੂਹ ਨੂੰ ਸਮਝਣ ਵਾਲੇ ਬੁੱਧੀਜੀਵੀਆਂ ਨੂੰ ਮੇਰੇ ਵੱਲੋਂ ਬਹੁਤ ਆਦਰ ਤੇ ਸਤਿਕਾਰ ਮਨਜ਼ੂਰ ਹੋਵੇ। ਤੁਹਾਡੇ ਅੰਦਰ ਆਪਣੇ ਕਿਸਾਨਾਂ ਦੇ ਜੋਸ਼ੋ ਜਨੂਨ ਨੂੰ ਦੇਖ ਕੇ ਇੰਜ ਲੱਗਦਾ ਹੈ ਜਿਵੇਂ ਉਦਮ ਸਿੰਘ, ਕਰਤਾਰ ਸਿੰਘ, ਰਾਜਗੁਰੂ ਸੁਖਦੇਵ ਭਗਤ ਸਿੰਘ ਦੀ ਰੂਹ ਪੰਜਾਬ ਦੇ ਸੀਨੇ ਵਿੱਚ ਇਨਕਲਾਬ ਬਣ ਕੇ ਤੜਕ ਰਹੀ ਹੋਵੇ। ਸ਼ਾਬਾਸ਼ ਏ ਐਸੀ ਸੋਚ ਦੇ ਮਾਲਕਾਂ ਨੂੰ। ਮੇਰੀ ਕੋਈ ਸਿਆਸੀ ਪਾਰਟੀ ਨਹੀਂ, ਨਾ ਕੋਈ ਜਥੇਬੰਦੀ, ਪਰ ਮੈਂ ਹੱਕ ਸੱਚ ਦੇ ਲਈ ਲਿਖਦਾ ਤੇ ਗਾਉਂਦਾ ਆਇਆ। ਇਹੀ ਮੇਰਾ ਜ਼ਾਤੀ ਤੇ ਇਖਲਾਕੀ ਫਰਜ਼ ਹੈ। ਇਸ ਨਾਚੀਜ਼ ਗੁਰਦਾਸ ਮਾਨ ਦੇ ਪੰਜਾਬੀ ਹੋਣ ਦੀ ਨੀਅਤ ਵੀ ਤੇ ਸ਼ੱਕ ਕਰਨ ਵਾਲਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਬੇਸ਼ੱਕ ਮੈਨੂੰ ਗਾਲਾਂ ਕੱਢ ਲੈਣਾ, ਪਰ ਮੇਰੇ ਹੱਥੋਂ ਮੇਰੇ ਪੰਜਾਬੀ ਹੋਣ ਦਾ ਹੱਕ ਮਾਣ ਸਤਿਕਾਰ ਨਾ ਖੋਣ। ਇਹੀ ਮੇਰੀ ਸਾਰੀ ਉਮਰ ਦੀ ਕਮਾਈ ਹੈ, ਇਹੀ ਖਾਈ ਹੈ ਤੇ ਇਹੀ ਹੰਡਾਈ। ਬਸ ਇੱਕ ਛੋਟੀ ਜਿਹੀ ਗੱਲ ਜੋ ਗਲਤੀ ਨਹੀਂ ਸੀ ਮਗਰ ਗਲਤ ਬਣਾ ਦਿੱਤੀ। ਕਿਸੇ ਇੰਟਰਵਿਊ ਦੇ ਵਿੱਚ ਮੈਥੋਂ ਸਵਾਲ ਪੁੱਛਿਆ ਗਿਆ ਕਿ ਹਿੰਦੀ ਭਾਸ਼ਾ ਨੂੰ ਲੈ ਕੇ ਪੰਜਾਬ ਵਿੱਚ ਜੋ ਕਾਟੋ ਕੜਮਸ ਚੱਲ ਰਿਹਾ ਹੈ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਤੇ ਮੈਂ ਉਸ ਦੇ ਸਵਾਲ ਦਾ ਜਵਾਬ ਸਹਿਜ ਵਿੱਚ ਦਿੰਦਿਆਂ ਕਿਹਾ ਸੀ ਕਿ ਇੱਕ ਦੇਸ਼ ਦੀ ਇੱਕ ਭਾਸ਼ਾ ਤਾਂ ਹੋਣੀ ਚਾਹੀਦੀ ਤਾਂ ਜੋ ਉਸ ਦੇਸ਼ ਦਾ ਹਰ ਬੰਦਾ, ਭਾਵੇਂ ਕਿਸੇ ਵੀ ਸਟੇਟ ਦਾ ਹੋਵੇ, ਆਸਾਨੀ ਨਾਲ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਬੇਫਿਕਰੀ ਨਾਲ ਸਾਂਝੀ ਕਰ ਸਕੇ, ਜੋ ਗੱਲ ਕਰ ਸਕੇ, ਸਮਝ ਸਕੇ ਔਰ ਦੂਸਰੇ ਨੂੰ ਸਮਝਾ ਸਕੇ। ਉਸ ਨੂੰ ਰਾਸ਼ਟਰ ਭਾਸ਼ਾ ਕਹਿੰਦੇ ਨੇ। ਪਰ ਮੇਰੀ ਗੱਲ ਦਾ ਇਹ ਮਤਲਬ ਨਹੀਂ ਸੀ ਕਿ ਪੰਜਾਬ ਵਿੱਚੋਂ ਪੰਜਾਬੀ ਖਤਮ ਕਰ ਦਿੱਤੀ ਜਾਵੇ। ਪੰਜਾਬੀਏ, ਤੁਸੀਂ ਆਪ ਸੋਚੋ, ਪੰਜਾਬੀਏ ਜ਼ੁਬਾਨੇ ਨਹੀਂ ਰਕਾਨੇ ਮੇਰੇ ਦੇਸ਼ ਦੀਏ, ਲਿਖਣ ਤੇ ਗਾਉਣ ਵਾਲਾ ਕੀ ਇਹ ਗੱਲ ਕਰ ਸਕਦਾ ਹੈ? ਖੈਰ ਕੋਈ ਗੱਲ ਨਹੀਂ, ਮਾੜੇ ਚੰਗੇ ਦਿਨ ਹਰ ਬੰਦੇ ਨੂੰ ਦੇਖਣੇ ਪੈਂਦੇ ਨੇ ਔਰ ਇਮਤਿਹਾਨ ਹਰ ਬੰਦੇ ਦੀ ਜ਼ਿੰਦਗੀ ਵਿੱਚ ਆਉਂਦੇ ਨੇ। ਆਪਣੀ ਜ਼ਿੰਦਗੀ ਦਾ ਪਹਿਲਾ ਟੁੱਟਿਆ ਫੁੱਟਿਆ ਗੀਤ ਮੈਂ ਉਸ ਵੇਲੇ ਲਿਖਿਆ ਸੀ ਜਦੋਂ ਪੰਜਾਬ ਦੇ ਵਿੱਚ ਆਣ ਆਈ ਸੀ। ਆਣ ਦਾ ਮਤਲਬ ਟਿੱਡੀ ਦਲ ਆਇਆ ਸੀ। ਅਸੀਂ ਛੋਟੇ ਛੋਟੇ ਬੱਚੇ ਆਪਣੇ ਪਿਓ, ਤਾਏ, ਚਾਚੇ ਤੇ ਸੀਰੀਆਂ ਨਾਲ ਪੀਪੇ ਖੜਕਾ ਕੇ ਤੇ ਰੌਲਾ ਪਾਉਂਦੇ ਹੋਏ ਆਣ ਨੂੰ ਉਡਾ ਰਹੇ ਸੀ। ਉਸ ਵੇਲੇ ਉਸ ਘਟਨਾ ਤੋਂ ਪ੍ਰੇਰਿਤ ਹੋ ਕੇ ਮੇਰੀ ਕਲਮ ਦਵਾਤ ਵਾਲੀ ਕਲਮ ਚੋਂ ਇਹ ਗੀਤ ਨਿਕਲਿਆ ਸੀ ਕਿ ਪੀਪਾ ਚੱਕ ਕੇ ਤੁਰੀ ਕਿਰਸਾਨਾ, ਨਰਮੇ ਨੂੰ ਖਾ ਗਿਆ। ਪੀਪਾ ਚੱਕ ਕੇ ਤੁਰੀ ਕਿਰਸਾਨਾ, ਨਰਮੇ ਨੂੰ ਖਾ ਗਿਆ। ਤੇ ਹੁਣ ਦੱਸਣ ਲੱਗਾ ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਪਰਫਾਰਮੈਂਸ ਬਾਰੇ, ਜੋ 9-10 ਸਾਲ ਦੀ ਉਮਰ ਵਿੱਚ ਦਿੱਤੀ। ਜਦੋਂ ਮੇਰਾ ਚਾਚਾ ਮੈਨੂੰ ਮੋਢੇ ਤੇ ਚੁੱਕ ਕੇ ਭੀੜ ਨੂੰ ਚੀਰਦੇ ਹੋਏ ਮੇਰੇ ਪਿੰਡ ਵਾਲੀ ਮੰਡੀ ਦੀ ਰਾਮਲੀਲਾ ਦੀ ਸਟੇਜ ਤੇ ਮੈਨੂੰ ਚੜਾ ਕੇ ਸਟੇਜ ਸੈਕਟਰੀ ਤੋਂ ਇਜਾਜ਼ਤ ਲੈ ਕੇ ਮੇਰੇ ਗਾਉਣ ਦੀ ਸਿਫਾਰਿਸ਼ ਕੀਤੀ ਤੇ ਮੈਨੂੰ ਗਾਉਣ ਲਈ ਕਿਹਾ। ਤੇ ਮੈਂ ਕੰਬਦੇ ਗਾਇਆ, ਰੁੱਖੀ ਰੋਟੀ ਤੇ ਛੱਪੜ ਦਾ ਪਾਣੀ, ਵੇ ਜੱਟਾ ਤੇਰੀ ਜੂਨ ਬੁਰੀ, ਵੇ ਰੁੱਖੀ ਰੋਟੀ ਤੇ ਛੱਪੜ ਦਾ ਪਾਣੀ, ਜੱਟਾ ਤੇਰੀ ਜੂਨ ਬੁਰੀ। ਉਸ ਤੋਂ ਬਾਅਦ ਜਵਾਨ ਹੋਏ, ਵੱਡੇ ਹੋਏ ਔਰ ਗੀਤਾਂ ਦੀ ਰਿਕਾਰਡਿੰਗ ਸ਼ੁਰੂ ਹੋਈ। ਉਸ ਵੇਲੇ ਗਾਇਆ, ਜੀਣ ਮੇਰੇ ਵਤਨਾਂ ਦੀਆਂ ਮਾਵਾਂ ਕਰ ਕਰ ਜੀਵਨ ਪੁੱਤ ਜਵਾਨ, ਕੁੜੀਆਂ ਚਿੜੀਆਂ ਧੀਆਂ ਪੈਣਾ ਸਭੇ ਜੀਵਨ ਖੁਸ਼ੀ ਬਣਾ, ਭਾਗਾਂ ਵਾਲੀ ਧਰਤੀ ਜੀਵੇ ਧਰਤੀ ਦੇ ਮਜ਼ਦੂਰ ਕਿਸਾਨ,
ਅੱਲਾ ਰੱਖੇ, ਵਾਹਿਗੁਰੂ ਬਖਸ਼ੇ, ਭਲੀ ਕਰੇ ਸਭ ਦੀ ਭਗਵਾਨ। ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ, ਰਿਸ਼ੀਆਂ ਮੁਨੀਆਂ ਅਵਤਾਰਾਂ ਦਾ। ਤੁਸੀਂ ਹੁਣ ਦੱਸੋ, ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਕਿਸਾਨ ਨੂੰ ਕਿੱਥੇ ਭੁੱਲੇ? ਤੇ ਅੱਜ ਮੇਰੇ ਨਾਲ ਕਿਸਾਨਾਂ ਦੇ ਨਾਲ ਜੁੜੇ ਹੋਣ ਦੇ ਬਾਵਜੂਦ ਵੀ ਮੇਰੇ ਉੱਤੇ ਸ਼ੰਕੇ ਸ਼ੁਬਾ ਪੈਦਾ ਕੀਤੇ ਜਾ ਰਹੇ। ਕੁਝ ਕਲਾਕਾਰਾਂ ਦੀ, ਕੁਝ ਬੰਦਿਆਂ ਦੀ ਮੈਂ ਕੀ ਦੱਸਾਂ, ਮੇਰੇ ਨਾਮ ਨੂੰ ਲੈ ਕੇ, ਮੇਰੀ ਉਮਰ ਨੂੰ ਲੈ ਕੇ ਹਾਏ ਤੌਬਾ ਮੱਛੀ ਰਹਿੰਦੀ। ਹਾਏ ਮੈਂ ਮਰ ਜਾ, ਅਜੇ ਤੱਕ ਜਿਉਂਦਾ ਹੈ। ਨੱਚਦਾ ਹੈ, ਗਾਉਂਦਾ ਹੈ। ਯਾਰ ਅਸੀਂ ਕੀ ਨੱਚਣਾ ਤੇ ਗਾਉਣਾ, ਯਾਰ ਨਚਾਵੇ ਤਾਂ ਨੱਚਦੇ ਹਾਂ। ਪਰ ਇੱਕ ਗੱਲ ਦੱਸਣ ਲੱਗਾ, ਬੇਸ਼ੱਕ ਮੈਂ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਐਕਟਿਵ ਨਹੀਂ ਹਾਂ, ਪਰ ਇਸ ਦਾ ਮਤਲਬ ਨਹੀਂ ਹੈ ਕਿ ਮੈਂ ਕਿਸਾਨਾਂ ਨਾਲ ਜੁੜਿਆ ਨਹੀਂ। ਇੱਕ ਲਾਈਨ ਵਿੱਚ ਕਹੀ ਹੋਈ ਗੱਲ ਜੇ ਕਿਸੇ ਦੇ ਸਮਝ ਨਹੀਂ ਆਈ ਤੇ ਪੂਰੀ ਕਿਤਾਬ ਲਿਖ ਕੇ ਵੀ ਸਮਝ ਨਹੀਂ ਆਉਣੀ। ਗੁਰੂ ਨਾਨਕ ਪਾਤਸ਼ਾਹ ਜੀ ਬਾਣੀ ਦਾ ਜਿਹਨੂੰ ਇੱਕ ਓਂਕਾਰ ਸਮਝ ਨਹੀਂ ਆਇਆ, ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝ ਨਹੀਂ ਆਣੀ। ਬਹੁਤਾ ਬੋਲਣੇ ਦਾ ਕੋਈ ਨਫਾ ਨਹੀਂ। ਅਸੀਂ ਨੇੜਿਓਂ ਗੱਲ ਮੁਕਾਵਣੀ ਹੈ, ਵਾਰੇ ਸ਼ਾਹ ਮੀਆਂ ਗੱਲ ਉਹ ਕਰੀਏ ਜਿਹੜੀ ਕੰਮ ਕਿਆਮ ਤੇ ਆਵੇ। ਬਾਕੀ ਰਹੀ ਕਿਸਾਨਾਂ ਦੇ ਅੰਦੋਲਨ ਦੀ ਗੱਲ, ਸਾਰੀ ਦੁਨੀਆ ਨੂੰ ਅੰਨ ਦੇਣ ਵਾਲਾ ਅੰਨਦਾਤਾ ਅੱਜ ਦਿਨ ਰਾਤ ਬੇਗਾਨੀਆਂ ਜੂਹਾਂ, ਬੇਗਾਨੀਆਂ ਸੜਕਾਂ, ਇੱਕੋ ਹੀ ਦੇਸ਼ ਦੀ ਨਾਲ ਲੱਗਦੀ ਸਟੇਟ ਵਿੱਚੋਂ ਲੰਘਦਿਆਂ ਪੁਲਿਸ ਦੀਆਂ ਮਾਰਾਂ, ਪਾਣੀ ਦੀਆਂ ਤੇਜ਼ ਬੁਛਾਰਾਂ ਤੇ ਸਾਰੀ ਰਾਤ ਧੱਕੇ ਧੋੜੇ ਖਾ ਕੇ ਦਿੱਲੀ ਦੇ ਜੰਤਰ ਮੰਤਰ ਤੱਕ ਪਹੁੰਚਣ ਦੀ ਫਿਰਾਕ ਵਿੱਚ ਲੱਗਾ ਹੋਇਆ ਕਿਸਾਨ ਕਿ ਸਾਡੀ ਗੱਲ ਸਰਕਾਰ ਤੱਕ ਪਹੁੰਚੇ। ਸੱਟਾਂ ਫੇਟਾਂ ਖਾ ਕੇ ਵੀ ਫਰੋਖ ਦਿਲੀ ਦੀ ਗੱਲ ਦੇਖੋ ਕਿ ਜਿਹੜੀ ਪੁਲਿਸ ਦੇ ਡੰਡੇ ਖਾ ਰਿਹਾ ਹੈ, ਉਸੇ ਪੁਲਿਸ ਨੂੰ ਨਾਲ ਬਿਠਾ ਕੇ ਰੋਟੀ ਖਵਾ ਰਿਹਾ ਤੇ ਪ੍ਰੋਟੈਸਟ ਵੀ ਕਰ ਰਿਹਾ, ਉਹ ਵੀ शांतिपूर्ण। किसी उर्दू की शायरा ने कमाल लिखा कि खुद धूप में बैठा है छांव के पेड़ लगाने वाला। ते हुण रही सरकार की गल। मेरी सरकार अगे हथ बन के पुरजोर बेनती है कि जिहड़े किसान अपने परिवार नूं छड्ड के, अपने बच्चों नूं छड्ड के, बच्चों वांगू पालियां फसलों नूं छड्ड के दिल्ली दीयां सड़कों ते दर-बदर भटक रहे हैं, उन्हां दे मुद्दों ते गौर किया जाए। बजुर्गों की बजुर्गी नूं मद्देनज़र रखते हो उन्हां लई कुछ किया जाए, उन्हां दी आवाज़ ते फरियाद नूं सुनिया जाए। सरकार तो इंसाफ की उम्मीद रखते हुए मैं तो सिर्फ यही कहूँगा जो पहले दिन किया सी, जे किसान है तो हिंदुस्तान है, जे जवान है तो भारत महान है। जय हिंद।